सानू जिहड़ा वो शूद्र च रखिया गया सी। ਤਾਂ ਜਿਹੜਾ ਸ਼ੂਦਰ ਲੋਕ ਸੀ ਉਹਨਾਂ ਨਾਲ ਤਾਂ ਮਤਲਬ ਕੁੱਤਿਆਂ ਤੋਂ ਜਾਨਵਰਾਂ ਤੋਂ ਭੈੜੀ ਜ਼ਿੰਦਗੀ ਸੀ ਉਹਨਾਂ ਦੀ। ਗਲਾਂ ਦੇ ਵਿੱਚ ਕੁੱਜੇ ਹੁੰਦੇ ਸੀ, ਸਾਰੇ ਦਿਨ ਦਾ ਥੁੱਕ ਖੰਘਾਰ ਇਕੱਠਾ ਕਰ ਲੈਂਦੇ ਸੀ, ਥੁੱਕ ਨਹੀਂ ਸਕਦੇ ਸੀ, ਕਿਸੇ ਨਦੀ ਨਾਲੇ ਚੋਂ ਪਾਣੀ ਨਹੀਂ ਪੀ ਸਕਦੇ ਸੀ। ਉਹਦੇ ਚੋਂ ਕੁੱਤਾ ਡੰਗਰ ਪਸ਼ੂ ਦਾ ਪਾਣੀ ਪੀ ਸਕਦਾ ਸੀ, ਸਾਡੇ ਲੋਕ ਪਾਣੀ ਨਹੀਂ ਪੀ ਸਕਦੇ ਸੀ। ਉਹ ਕਿਤੇ ਬਾਹਰ ਅੰਦਰ ਜਾਂਦੇ ਸੀ ਤਾਂ ਉਹਨਾਂ ਦੇ ਪਿੱਠ ਪਿੱਛੇ ਮੋਹੜੇ ਬੰਨੇ ਹੁੰਦੇ ਸੀ। ਮੋਹੜੇ ਕਿਉਂ ਬੰਨੇ ਹੁੰਦੇ ਸੀ ਕਿ ਜਿੱਥੋਂ ਦੀ ਸ਼ੂਦਰ ਬੰਦਾ ਜਾਊਗਾ, ਐਸੀ ਸਮਾਜ ਦਾ ਬੰਦਾ ਲੰਘੂਗਾ, ਉਹਦੀ ਪੈੜ ਆ ਜਿਹੜੀ ਉਹ ਮਿਟਦੀ ਜਾਵੇ। ਸਾਡਾ ਕੋਈ ਨੌਜਵਾਨ ਲੜਕਾ ਜਿਹੜਾ ਉਹਦੀ ਸ਼ਾਦੀ ਹੁੰਦੀ ਸੀ, ਉਹਨਾਂ ਦੀਆਂ ਪਤਨੀਆਂ ਨੂੰ ਵੀ ਪਹਿਲਾਂ ਇਹ ਵਰਤਦੇ ਸੀ, ਇੱਕ ਇੱਕ ਦੋ ਦੋ ਰਾਤਾਂ ਇਹ ਰੱਖਦੇ ਸੀ, ਆਪਦੇ ਕੋਲੇ ਰੱਖਦੇ ਸੀ, ਸ਼ੁੱਧ ਕਰਕੇ ਕਹਿੰਦੇ ਅਸੀਂ ਦਿੰਦੇ। ਤੇ ਬਾਬਾ ਸਾਹਿਬ ਦੀ ਪੜ੍ਹਾਈ ਦੀ ਬਦੌਲਤ, ਉਹਨਾਂ ਦੀ ਐਜੂਕੇਸ਼ਨ ਦੀ ਬਦੌਲਤ ਹੀ ਜਿਹੜਾ ਸਾਡੇ ਲੋਕਾਂ ਦੀ ਨਰਕ ਭਰੀ ਜ਼ਿੰਦਗੀ ਤੋਂ ਸਾਨੂੰ ਰਾਹਤ ਮਿਲੀ ਸੀ। मैं सिर्फ ते सिर्फ बाबा साहब भीमराव अंबेडकर नूं मनदा, मेरा रब ओह है। मेरे भीम जी प्यारे तैथों जावां वारे वारे, तू ना चुकदा आवाज असीं रहना सी लताड़े। साडी कौम दा मसीहा सच्चा तू ही, ਉਹ ਸਾਨੂੰ ਤੂੰ ਆਬਾਦ ਕਰਤਾ। ਲੱਗਦਾ ਹੈ ਵੀ ਜਿਹੜੀ ਮਤਲਬ ਜੋ ਉਹਨਾਂ ਦੀ ਸੋਚ ਸੀ, ਜਿਸ ਹਿਸਾਬ ਨਾਲ ਉਹਨਾਂ ਨੇ ਕੋਟਾ ਰੱਖਿਆ ਸੀ, ਉਹ ਆਜ਼ਾਦੀ ਪੂਰਨ ਤੌਰ ਤੇ ਹਜੇ ਉਹ ਸਮਾਜ ਨੂੰ ਮਿਲੀ ਹੈ? ਬਿਲਕੁਲ ਨਹੀਂ ਮਿਲੀ ਜੀ। ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਵੱਖ-ਵੱਖ ਜਿਹੜੀਆਂ ਕੋਈ ਕਲੱਬ ਨੇ, ਕੋਈ ਜਥੇਬੰਦੀਆਂ ਨੇ, ਉੱਥੇ ਕਿੰਨੇ ਕੁ ਐਸੀ ਪ੍ਰਧਾਨ? ਕਿਸੇ ਪੰਚਾਇਤ ਦਾ ਪ੍ਰਧਾਨ ਨਹੀਂ ਬਣ ਦਿੰਦੇ, ਕਿਸੇ ਕਮਿਊਨਿਟੀ ਦਾ ਪ੍ਰਧਾਨ ਨਹੀਂ ਬਣ ਦਿੰਦੇ, ਕਿਸੇ ਕਲੱਬ ਦਾ ਪ੍ਰਧਾਨ ਨਹੀਂ ਬਣ ਦਿੰਦੇ, ਆਪ ਮੂਹਰੇ ਖੜ੍ਹਦੇ ਉੱਥੇ। 4 ਕਲਾਸ ਜਾਂ 3rd ਕਲਾਸ ਨੌਕਰੀਆਂ ਸਾਡੇ ਲੋਕਾਂ ਕੋਲੇ ਆ। ਵੱਡੀਆਂ ਡਿਗਰੀਆਂ ਤੇ ਵੱਡੀਆਂ ਨੌਕਰੀਆਂ ਤੇ ਵੱਡੀਆਂ ਕੁਰਸੀਆਂ ਤੇ ਇਹ ਬੈਠੇ ਆ। ਬਾਬਾ ਸਾਹਿਬ ਨੂੰ ਸਕੂਲ 'ਚ ਨਹੀਂ ਬਣ ਦਿੱਤਾ ਜਾਂਦਾ ਸੀ, ਸ਼ੂਦਰ ਸੀ। ਬਾਬਾ ਸਾਹਿਬ ਬਾਹਰ ਕਲਾਸ ਤੋਂ ਬੈਠ ਕੇ ਪੜ੍ਹਦੇ ਰਹੇ। ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਵੀ ਸਾਡੇ SC BC OBC ਲੋਕਾਂ ਲਈ ਆਪਦੇ ਬੱਚੇ ਤੱਕ ਵਾਰ ਤੇ ਆਪਦਾ ਪਰਿਵਾਰ ਵਾਰ। ਅਸੀਂ ਆਪਦੇ ਬੱਚਿਆਂ ਨੂੰ ਇਹ ਸੇਧ ਦਈਏ ਕਿ ਬਾਬਾ ਸਾਹਿਬ ਕੋਲੇ 32 ਡਿਗਰੀਆਂ ਸੀ ਉਹਨਾਂ ਟਾਈਮ। ਬਾਬਾ ਸਾਹਿਬ ਨੂੰ ਸਲਾਮ ਇਹੋ ਹੋ, ਜੇ ਪੂਰਾ ਉਹਦਾ ਖਾਬ ਕਰਤਾ। ਸਾਡੀ ਕੌਮ ਦਾ ਮਸੀਹਾ ਸੱਚਾ ਤੂੰ ਹੀ, ਉਹ ਸਾਨੂੰ ਤੂੰ ਆਜ਼ਾਦ ਕਰਤਾ, ਉਹ ਸਾਨੂੰ ਤੂੰ ਆਜ਼ਾਦ ਕਰਤਾ। ਲੋਕਵਾਈ TV ਦੇਖ ਰਹੇ ਹੋ ਤੁਸੀਂ, ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਅੱਜ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੀ ਜਯੰਤੀ ਹੈ ਤੇ ਉਸ ਜਯੰਤੀ ਦੇ ਉੱਤੇ ਇੱਕ ਗਾਣਾ ਵੀ ਆਇਆ। ਉਹ ਡਾਕਟਰ ਬਲਵਿੰਦਰ ਸਿੰਘ ਨੇ, MC ਨੇ ਜੈਤੋ ਤੋਂ, ਉਹਨਾਂ ਦਾ ਇੱਕ ਗਾਣਾ ਆਇਆ। ਨਾਲ ਹੀ ਉਹਨਾਂ ਤੋਂ ਜਾਣਕਾਰੀ ਲਵਾਂਗੇ ਬਾਬਾ ਸਾਹਿਬ ਦੇ ਜੀਵਨ ਬਾਰੇ, ਵੀ ਕਿਸ ਤਰੀਕੇ ਦਾ ਸੰਘਰਸ਼ ਸੀ, ਉਹਨਾਂ ਨੇ ਗਾਣੇ ਵਿੱਚ ਕਿਵੇਂ ਪਰੋਇਆ, ਉਹਨਾਂ ਨੂੰ ਕਿਸ ਨਜ਼ਰੀਏ ਨਾਲ ਦੇਖਿਆ, ਇਹ ਸਾਰੇ ਵਿਸ਼ੇ 'ਤੇ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੈਨੂੰ ਇਹ ਗੱਲ ਦੱਸੋ ਵੀ ਤੁਸੀਂ ਬਾਬਾ ਸਾਹਿਬ, ਤੁਸੀਂ ਪਹਿਲਾ ਗਾਣਾ ਤੁਹਾਡਾ ਆਇਆ ਜੀ, ਤੁਸੀਂ ਪਹਿਲਾਂ ਬਾਬਾ ਸਾਹਿਬ 'ਤੇ ਕਿਉਂ, ਕੀ ਕਾਰਨ ਲੱਗਦਾ ਤੁਹਾਨੂੰ ਵੀ ਉਹਨਾਂ ਨੂੰ ਕਿਉਂ ਸਿੱਧੀ ਸ਼ਰਧਾਂਜਲੀ ਉਹਨਾਂ ਨੂੰ? ਇਹਦੇ ਪਿੱਛੇ ਦੋ ਗੱਲਾਂ ਨੇ ਮਨਿੰਦਰ ਜੀ। ਇੱਕ ਤਾਂ ਇਹ ਹੈ ਕਿ ਬਾਬਾ ਸਾਹਿਬ ਜੀਆਂ ਦਾ ਜਨਮ ਦਿਨ ਹੈ 14 ਅਪ੍ਰੈਲ ਦਾ। ਅੱਜ ਦਾ ਜਿਹੜਾ ਜਨਮ ਦਿਨ ਹੈ ਬਾਬਾ ਸਾਹਿਬ ਦਾ, ਉਹਦੀ ਮੈਂ ਤੁਹਾਡੇ ਮਾਧਿਅਮ ਤੋਂ ਸਮੁੱਚੀ ਖਲਕਤ ਨੂੰ ਵਧਾਈ ਵੀ ਦਿੰਦਾ। ਇੱਕ ਤਾਂ ਜਨਮ ਦਿਨ ਦਾ ਰੀਜ਼ਨ ਸੀ। ਦੂਸਰਾ ਇਹ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੇ ਜੋ ਸੰਘਰਸ਼ ਸਾਡੇ ਲੋਕਾਂ ਲਈ ਕੀਤਾ, SC BC ਕਮਿਊਨਿਟੀ, ਪੂਰੇ ਇੰਡੀਆ ਦੇ ਲਈ, ਪੂਰੇ ਭਾਰਤ ਦੇ ਲਈ ਸੰਘਰਸ਼ ਕੀਤਾ ਸੀ। ਜੋ ਦੱਬੇ ਕੁਚਲੇ ਲੋਕ ਸੀ ਉਹਨਾਂ ਨੂੰ ਉੱਪਰ ਉਠਾਉਣ ਵਾਸਤੇ ਉਹਨਾਂ ਨੇ ਬਹੁਤ ਲੰਬਾ ਸੰਘਰਸ਼ ਕੀਤਾ, ਆਪਣੀ ਜ਼ਿੰਦਗੀ ਤੱਕ ਦਾਅ 'ਤੇ ਲਾਤੀ, ਆਪਣੇ ਬੱਚੇ ਤੱਕ ਦਾਅ 'ਤੇ ਲਾਤੀ। ਤਾਂ ਉਹਨਾਂ ਦੇ ਜਿਹੜੀ ਮੇਰੇ ਦਿਲ ਦੇ ਵਿੱਚ ਉਸ ਗੱਲ ਪ੍ਰਤੀ ਭਾਵਨਾ ਹੈ, ਉਹਨੂੰ ਇੱਕ ਨਮਸਕਾਰ ਕਰਨ ਦੀ ਜਿਹੜੀ ਮੇਰੀ ਇਹ ਭਾਵਨਾ ਸੀਗੀ ਇਸ ਗੀਤ ਰਾਹੀਂ। ਦੂਸਰਾ ਇੱਕ ਇਹ ਵੱਡਾ ਕਾਰਨ ਹੈ ਕਿ ਅੱਜ ਵੀ ਕਿਤੇ ਨਾ ਕਿਤੇ ਜਿਹੜਾ ਸਾਡੇ ਲੋਕ ਨੇ, ਜਿਹੜਾ ਸਾਡਾ ਸਮਾਜ ਹੈ, ਉਹ ਹਜੇ ਵੀ ਕਿਤੇ ਨਾ ਕਿਤੇ ਉਹਨਾਂ ਦੀ ਸੋਚ ਨੂੰ ਸਮਝਣ ਦੀ ਬਜਾਏ, ਉਹਨਾਂ ਦੀ ਸੋਚ 'ਤੇ ਚੱਲਣ ਦੀ ਬਜਾਏ ਕਿਤੇ ਨਾ ਕਿਤੇ ਉਲਟ ਪਾਸੇ ਨੂੰ ਜਾ ਰਹੇ ਹੈ। ਜਦੋਂ ਕਿ ਬਾਬਾ ਸਾਹਿਬ ਦੀ ਪੜ੍ਹਾਈ ਦੀ ਬਦੌਲਤ, ਉਹਨਾਂ ਦੀ ਐਜੂਕੇਸ਼ਨ ਦੀ ਬਦੌਲਤ ਹੀ ਜਿਹੜਾ ਸਾਡੇ ਲੋਕਾਂ ਦੀ ਨਰਕ ਭਰੀ ਜ਼ਿੰਦਗੀ ਤੋਂ ਸਾਨੂੰ ਰਾਹਤ ਮਿਲੀ ਸੀ, ਨਾ ਕਿ ਕਿਸੇ ਦੈਵੀ ਸ਼ਕਤੀ ਜਾਂ ਕਿਸੇ, ਮੈਂ ਨਾਮ ਨਾ ਲਵਾਂ ਵੀ ਕਿਸੇ ਨੇ ਹੋਰ ਸਾਡੀ ਜੂਨ ਨਹੀਂ ਸੁਧਾਰੀ। ਸਿਰਫ ਤੇ ਸਿਰਫ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ
ਸਾਡੇ ਲੋਕਾਂ ਦੀ ਜੀਵਨ ਪੱਧਰ ਉੱਚਾ ਚੱਕਿਆ। ਤਾਂ ਉਸ ਕਰਕੇ ਇਹ ਮੈਂ ਗੀਤ ਰਿਲੀਜ਼ ਕੀਤਾ। ਉਹਦੇ ਵਿੱਚ ਸਾਰੀਆਂ ਕੱਲੀਆਂ ਗੱਲਾਂ ਜਿਹੜੀਆਂ ਇੱਕ ਬੜੇ ਵਧੀਆ ਢੰਗ ਦੇ ਨਾਲ ਪੇਸ਼ ਕੀਤੀਆਂ, ਤੇ ਤੁਸੀਂ ਸੁਣੋਗੇ ਉਹਦੇ 'ਚ ਪਤਾ ਲੱਗੂਗਾ ਉਹ ਸਾਰੀਆਂ ਗੱਲਾਂ ਕਿ ਕੀ ਸਾਡੇ ਨਾਲ ਜਿਹੜਾ ਉਸ ਸਮੇਂ ਹੁੰਦਾ ਸੀ। ਇਸ ਲਈ ਜਿਹੜਾ ਇਹ ਗੀਤ ਪਹਿਲਾ ਬਾਬਾ ਸਾਹਿਬ 'ਤੇ ਮੈਂ ਰਿਲੀਜ਼ ਕੀਤਾ ਜੀ। ਕੁਛ ਸਭ ਤੋਂ ਪਹਿਲਾਂ ਬਾਕੀ ਗੱਲਬਾਤ ਆਪਾਂ ਕਰਾਂਗੇ ਜੇ ਹੋਰ ਵੀ, ਪਹਿਲਾਂ ਉਹ ਗੀਤ ਦੀਆਂ ਕੁਝ ਲੈਣਾ। ਵਾਹ ਜੀ ਵਾਹ, ਬਿਲਕੁਲ ਜੀ। ਭੀਮ ਰਾਓ ਜੀ ਪਿਆਰੇ ਤੈਥੋਂ ਜਾਵਾਂ ਵਾਰੇ ਵਾਰੇ, ਮੇਰੇ ਭੀਮ ਜੀ ਪਿਆਰੇ ਤੈਥੋਂ ਜਾਵਾਂ ਵਾਰੇ ਵਾਰੇ, ਤੂੰ ਨਾ ਚੁੱਕਦਾ ਆਵਾਜ਼ ਅਸੀਂ ਰਹਿਣਾ ਸੀ ਲਤੜੇ, ਸਾਡੀ ਕੌਮ ਦਾ ਮਸੀਹਾ ਸੱਚਾ ਤੂੰ ਹੀ, ਉਹ ਸਾਨੂੰ ਤੂੰ ਆਬਾਦ ਕਰਤਾ, ਸਾਡੀ ਕੌਮ ਦਾ ਮਸੀਹਾ ਸੱਚਾ ਤੂੰ ਹੀ, ਉਹ ਸਾਨੂੰ ਤੂੰ ਆਜ਼ਾਦ ਕਰਤਾ, ਉਹ ਸਾਨੂੰ ਤੂੰ ਆਜ਼ਾਦ ਕਰਤਾ, ਉਹ ਤੂੰ ਹੀ ਤੇ ਸਿਖਾ ਦਿੱਤਾ ਪੜ੍ਹਨੇ ਦਾ ਚੱਜ ਵੀ, ਉਹ ਲਿਖ ਸੰਵਿਧਾਨ ਤੂੰ ਬਣਾ ਗਿਓ ਜੱਜ ਵੀ, ਉਹ ਤੂੰ ਹੀ ਤੇ ਸਿਖਾ ਦਿੱਤਾ ਪੜ੍ਹਨੇ ਦਾ ਚੱਜ ਵੀ, ਉਹ ਲਿਖ ਸੰਵਿਧਾਨ ਤੂੰ ਬਣਾ ਗਿਓ ਜੱਜ ਵੀ, ਹੋ ਗਈ ਨਾਰੀ ਬਲਵਾਨ ਜੋ ਸੀ ਕੁਲਾਂ ਤੋਂ ਗੁਲਾਮ, ਹੋ ਗਈ ਨਾਰੀ ਬਲਵਾਨ ਜੋ ਸੀ ਕੁਲਾਂ ਤੋਂ ਗੁਲਾਮ, ਹੁਣ ਪੇਟ ਚੋਂ ਕੋਈ ਜੰਮਣਾ ਨਹੀਂ ਰਾਜ਼ਾ, ਤੂੰ ਇੱਕੋ ਜਿਹਾ ਸਮਾਜ ਕਰਤਾ, ਸਾਡੀ ਕੌਮ ਦਾ ਮਸੀਹਾ ਸੱਚਾ ਤੂੰ ਹੀ, ਉਹ ਸਾਨੂੰ ਤੂੰ ਆਜ਼ਾਦ ਕਰਤਾ। ਬਹੁਤ ਸੋਹਣਾ। ਇਹ ਅੱਛਾ, ਤੁਸੀਂ ਕਿਹਾ ਵੀ ਸਾਨੂੰ ਤੂੰ ਆਜ਼ਾਦ ਕਰਤਾ, ਉਹਨਾਂ ਨੂੰ ਸਮਰਪਿਤ ਕੀਤਾ। ਕੀ ਲੱਗਦਾ ਹੈ ਵੀ ਜਿਹੜੀ ਮਤਲਬ ਜੋ ਉਹਨਾਂ ਦੀ ਸੋਚ ਸੀ, ਜਿਸ ਹਿਸਾਬ ਨਾਲ ਉਹਨਾਂ ਨੇ ਕੋਟਾ ਰੱਖਿਆ ਸੀ, ਉਹ ਆਜ਼ਾਦੀ ਪੂਰਨ ਤੌਰ 'ਤੇ ਹਜੇ ਉਹ ਸਮਾਜ ਨੂੰ ਮਿਲੀ ਹੈ? ਬਿਲਕੁਲ ਨਹੀਂ ਮਿਲੀ ਜੀ। ਕਿੱਥੇ ਮਿਲੀ ਹੈ? ਇਹ ਤੁਹਾਡਾ ਬੜਾ ਵਧੀਆ ਸਵਾਲ ਹੈ। ਅੱਜ ਜੇ ਸਾਡੇ ਲੋਕ ਜਿਹੜੇ SC ਕਮਿਊਨਿਟੀ ਤੋਂ ਹੈ, ਅਗਰ ਉਹ MLA MP ਜਾਂ MC ਜਾਂ ਸਰਪੰਚ ਕਿਤੇ ਉਹਨਾਂ ਨੂੰ ਅਹੁਦੇਦਾਰੀਆਂ ਮਿਲਦੀਆਂ ਨੇ, ਤਾਂ ਉਹਦੇ ਪਿੱਛੇ ਸਿਰਫ ਤੇ ਸਿਰਫ ਸੰਵਿਧਾਨਕ ਰਾਈਟ ਮਿਲਣ ਕਰਕੇ, ਹੱਕ ਮਿਲਣ ਕਰਕੇ, ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੋਣ ਕਰਕੇ ਕੋਟਾ, ਇਹ ਤਾਂ ਇਹਨਾਂ ਦੀ ਮਜਬੂਰੀ ਹੈ ਵੀ ਉਹਨਾਂ ਨੂੰ MLA ਵੀ ਜੇ ਰਿਜ਼ਰਵ ਹਲਕਾ ਹੋ ਗਿਆ ਤਾਂ ਉਹਨਾਂ ਨੂੰ MLA SC ਬਣਾਉਣਾ ਪਊਗਾ, ਕੈਂਡੀਡੇਟ SC ਲੈ ਕੇ ਆਉਣਾ ਪਊਗਾ, ਤੇ ਜੇ ਉਹ ਕੋਟਾ ਨਾ ਹੋਵੇ ਤਾਂ ਇਹ ਕਿੱਥੇ ਬਣਨ ਦਿੰਦੇ ਆ? ਤਾਂ ਕਿਸੇ ਇਹਦਾ ਪਿੰਡ ਦਾ ਸਰਪੰਚ ਨਾ ਬਣਨ ਦੇਣ, MLA ਤਾਂ ਬਹੁਤ ਦੂਰ ਦੀ ਗੱਲ ਆ। ਹੁਣ ਤੁਸੀਂ ਮੈਨੂੰ ਐਂ ਦੱਸੋ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਵੱਖ-ਵੱਖ ਜਿਹੜੀਆਂ ਕੋਈ ਕਲੱਬ ਨੇ, ਕੋਈ ਜਥੇਬੰਦੀਆਂ ਨੇ, ਉੱਥੇ ਕਿੰਨੇ ਕੁ SC ਪ੍ਰਧਾਨ ਹੈ? ਜੇ ਉਹ SC ਪ੍ਰਧਾਨ ਕਿਉਂ ਨਹੀਂ ਉੱਥੇ? ਕਿਉਂਕਿ ਉੱਥੇ ਇਹ ਆਪ ਮੂਹਰੇ ਹੁੰਦੇ ਆ। ਤੇ ਇਸ ਕਰਕੇ ਬਿਨ ਜਿਹੜਾ ਸਾਡੇ ਲੋਕਾਂ ਨੂੰ ਜਿਹੜਾ ਕੋਟਾ ਹੈ, ਉਹ ਮਜਬੂਰੀ ਦੇ ਵੱਸ, ਜਿਹੜਾ ਸੰਵਿਧਾਨਕ ਜਿਵੇਂ ਵੱਡੀਆਂ ਚੀਜ਼ਾਂ ਹੋ ਗਈਆਂ, ਜਿੱਥੇ ਵੱਡੀਆਂ ਸੀਟਾਂ MLA MP ਜਾਂ ਪੰਚ ਸਰਪੰਚ ਦੀ ਗੱਲਬਾਤ ਆ ਜਾਂ MC ਦੀ ਗੱਲ ਹੈ, ਤਾਂ ਉੱਥੇ ਮਜਬੂਰੀ 'ਚ ਇਹਨਾਂ ਨੂੰ ਰੱਖਣਾ ਪੈਂਦਾ, ਕਿਉਂਕਿ ਉਹ ਰਿਜ਼ਰਵ ਹੋਈਆਂ ਵੀਆਂ ਹੁੰਦੀਆਂ। ਤੇ ਵੈਸੇ ਇਹ ਪ੍ਰਧਾਨ ਨਹੀਂ ਬਣ ਦਿੰਦੇ ਕਿਸੇ ਚੀਜ਼ ਦਾ, ਕਿਸੇ ਪੰਚਾਇਤ ਦਾ ਪ੍ਰਧਾਨ ਨਹੀਂ ਬਣ ਦਿੰਦੇ, ਕਿਸੇ ਕਮਿਊਨਿਟੀ ਦਾ ਪ੍ਰਧਾਨ ਨਹੀਂ ਬਣ ਦਿੰਦੇ, ਕਿਸੇ ਕਲੱਬ ਦਾ ਪ੍ਰਧਾਨ ਨਹੀਂ ਬਣ ਦਿੰਦੇ, ਆਪ ਮੂਹਰੇ ਖੜ੍ਹਦੇ ਉੱਥੇ। ਹਾਂ, ਇੱਕ ਗੱਲ ਦੱਸੋ ਵੀ ਜਦੋਂ ਕੋਟਾ ਲਾਗੂ ਕਰਨ ਦੀ ਲੋੜ ਕਿਉਂ ਪਈ? ਇਹਦੇ ਕਾਰਨ ਕੀ? ਤੁਹਾਨੂੰ ਕੀ ਲੱਗਦਾ ਵੀ ਕਿਉਂ ਉਹਨਾਂ ਨੂੰ ਲੱਗਿਆ ਵੀ ਭਾਈ ਜੇ ਕੋਟਾ ਨਾ ਲਾਗੂ ਕੀਤਾ ਤਾਂ ਇਹ ਦਸ਼ਾ ਇਦੋਂ ਵੀ ਮਾੜੀ ਹੋਊਗੀ? ਉਹ ਕੀ ਕਾਰਨ ਸੀ? ਕਿਹੋ ਜਿਹਾ ਸਮਾਜ ਸੀ, ਉਵੇਂ ਕਿਹੋ ਜਿਹੀ ਹਾਲਤ ਸੀ? ਬੜਾ ਦਰਦਨਾਕ ਮੰਜ਼ਰ ਸੀ। ਜੇ ਉਹ ਗੱਲ ਨੂੰ ਯਾਦ ਕਰਦੇ ਆ ਤਾਂ ਸਾਡੇ ਰੌਂਗਟੇ ਖੜੇ ਹੁੰਦੇ ਆ। ਸਾਡੇ ਬਜ਼ੁਰਗ ਜਿਹੜੇ ਸੀਗੇ, ਆਜ਼ਾਦੀ ਤੋਂ 5000 ਸਾਲ ਪਹਿਲਾਂ, ਬਹੁਤ ਲੰਬਾ ਪੀਰੀਅਡ ਆ, 5000 ਸਾਲ। ਇੱਕ ਬੰਦੇ ਦਾ ਜੀਵਨ ਕਿੰਨਾ ਕੁ ਹੋਊਗਾ? ਉਹ 50 ਸਾਲ ਹੋਊ, 60 ਸਾਲ ਹੋਊ, ਅਖੀਰ ਨੂੰ 80 90 100 ਤਾਂ ਕੋਈ ਪਹੁੰਚਦਾ ਨਹੀਂ। ਠੀਕ ਹੈ, ਤਾਂ 5000 ਸਾਲ ਸਾਡੇ ਲੋਕਾਂ ਨੇ ਉਹ ਮਤਲਬ ਸੰਤਾਪ ਹੰਢਾਇਆ ਕਿ ਸਾਡੇ ਲੋਕਾਂ ਨਾਲ ਉਸ ਸਮੇਂ ਜਿਹੜਾ ਸਾਡਾ ਮੁਲਕ ਸੀ ਉਹ ਚੱਲਦਾ ਸੀ ਮਨੂ ਸਮ੍ਰਿਤੀ ਦੇ ਆਧਾਰ 'ਤੇ।
ਮਨੋ ਸਮ੍ਰਿਤੀ ਦੇ ਆਧਾਰ ਤੇ ਸਾਡਾ ਮੁਲਕ ਚੱਲਦਾ ਸੀ, ਜਿਹਦੇ ਵਿੱਚ ਵੱਖ-ਵੱਖ ਜਿਹੜੀਆਂ ਸ਼੍ਰੇਣੀਆਂ 4 ਵਰਣ ਬਣਾਏ ਗਏ ਸੀ ਤੇ ਸਾਨੂੰ ਜਿਹੜਾ ਉਹ ਸ਼ੂਦਰ 'ਚ ਰੱਖਿਆ ਗਿਆ ਸੀ। ਤਾਂ ਜਿਹੜਾ ਸ਼ੂਦਰ ਲੋਕ ਸੀ ਉਹਨਾਂ ਨਾਲ ਤਾਂ ਮਤਲਬ ਕੁੱਤਿਆਂ ਤੋਂ ਜਾਨਵਰਾਂ ਤੋਂ ਭੈੜੀ ਜ਼ਿੰਦਗੀ ਸੀ ਉਹਨਾਂ ਦੀ। ਉਹ ਖੁੱਲੀ ਹਵਾ 'ਚ ਸਾਹ ਨਹੀਂ ਲੈ ਸਕਦੇ ਸੀ, ਉਹ ਕਿਤੇ ਬਾਹਰ ਅੰਦਰ ਜਾਂਦੇ ਸੀ ਤਾਂ ਉਹਨਾਂ ਦੇ ਪਿੱਠ ਪਿੱਛੇ ਮੋਹੜੇ ਬੰਨੇ ਹੁੰਦੇ ਸੀ। ਮੋਹੜੇ ਕਿਉਂ ਬੰਨੇ ਹੁੰਦੇ ਸੀ ਕਿ ਜਿੱਥੋਂ ਦੀ ਸ਼ੂਦਰ ਬੰਦਾ ਜਾਊਗਾ, ਐਸੀ ਸਮਾਜ ਦਾ ਬੰਦਾ ਲੰਘੂਗਾ, ਉਹਦੀ ਪੈੜ ਆ ਜਿਹੜੀ ਉਹ ਮਿਟਦੀ ਜਾਵੇ, ਉਹਦੀ ਪੈੜ ਮਿਟਦੀ ਜਾਵੇ। ਕਿਉਂ ਪੈੜ ਮਿਟੇ? ਕੋਈ ਉੱਚ ਸ਼੍ਰੇਣੀ ਦਾ ਬੰਦਾ ਜਿਹੜਾ ਹੈਗਾ ਉਹ ਲੰਘੂਗਾ, ਜੇ ਉਹਦੀ ਪੈੜ ਨਾ ਮਿਟੀ ਸ਼ੂਦਰ ਬੰਦੇ ਦੀ ਤਾਂ ਉਸ ਉੱਚ ਸ਼੍ਰੇਣੀ ਦੇ ਬੰਦੇ ਦੀ ਪੈੜ, ਉਹ ਸ਼ੂਦਰ ਬੰਦੇ ਦੀ ਪੈੜ ਤੇ ਪੈੜ ਰੱਖੀ ਗਈ ਤਾਂ ਉਹ ਕਹਿੰਦੀ ਅਸੀਂ ਪਿੱਟੇ ਗਏ। ਤਾਂ ਸਾਡੇ ਲੋਕਾਂ ਨੂੰ ਉਦੋਂ ਦੰਡਿਤ ਕੀਤਾ ਜਾਂਦਾ ਸੀ, ਤਾਂ ਉਹ ਦੰਡ ਤੋਂ ਬਚਣ ਮਾਰੇ ਕੋੜੇ ਮਾਰੇ ਜਾਂਦੇ, ਹੋਰ ਪਤਾ ਨਹੀਂ ਕੀ ਕੁਛ ਕਰਿਆ ਜਾਂਦਾ ਸੀ। ਉਹ ਤੋਂ ਬਚਣ ਦੇ ਮਾਰੇ ਸਾਡੇ ਲੋਕ ਮੋੜੇ ਬੰਨ੍ਹਦੇ ਸੀ, ਗਲਾਂ ਦੇ ਵਿੱਚ ਕੁੱਜੇ ਹੁੰਦੇ ਸੀ, ਸਾਰੇ ਦਿਨ ਦਾ ਥੁੱਕ ਖੰਘਾਰ ਇਕੱਠਾ ਕਰ ਲੈਂਦੇ ਸੀ, ਥੁੱਕ ਨਹੀਂ ਸਕਦੇ ਸੀ, ਕਿਸੇ ਨਦੀ ਨਾਲੇ 'ਚੋਂ ਪਾਣੀ ਨਹੀਂ ਪੀ ਸਕਦੇ ਸੀ। ਉਹਦੇ 'ਚੋਂ ਕੁੱਤਾ ਡੰਗਰ ਪਸ਼ੂ ਦਾ ਪਾਣੀ ਪੀ ਸਕਦਾ ਸੀ, ਸਾਡੇ ਲੋਕ ਪਾਣੀ ਨਹੀਂ ਪੀ ਸਕਦੇ ਸੀ ਕਿ ਪਾਣੀ ਪਿੱਟਿਆ ਜਾਊਗਾ। ਹੋਰ ਬੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਮਤਲਬ ਬੋਲਣ ਦੇ ਵਿੱਚ ਵੀ ਬੜੀਆਂ ਔਖੀਆਂ ਨੇ ਕਿ ਸਾਡਾ ਕੋਈ ਨੌਜਵਾਨ ਲੜਕਾ ਜਿਹੜਾ ਉਹਦੀ ਸ਼ਾਦੀ ਹੁੰਦੀ ਸੀ ਤਾਂ ਉਹਦੇ ਨਾਲ ਬਹੁਤ ਮਤਲਬ ਇਹ ਨਾ ਬੋਲਣ ਵਾਲੀ ਗੱਲ ਹੈ ਵੀ ਉਹਨਾਂ ਦੀਆਂ ਪਤਨੀਆਂ ਨੂੰ ਵੀ ਪਹਿਲਾਂ ਇਹ ਵਰਤਦੇ ਸੀ, ਇੱਕ 2 ਰਾਤਾਂ ਇਹ ਰੱਖਦੇ ਸੀ, ਆਪਦੇ ਕੋਲੇ ਰੱਖਦੇ, ਸ਼ੁੱਧ ਕਰਕੇ ਕਹਿੰਦੇ ਅਸੀਂ ਦਿੰਦੇ ਹਾਂ। ਤਾਂ ਦੇਖੋ ਕਿੰਨਾ ਮਾੜਾ ਮੰਜ਼ਰ ਸੀਗਾ। ਇਹ ਗੱਲ ਕਹਿੰਦਿਆਂ ਨੂੰ ਮੈਨੂੰ ਬੜਾ ਦੁੱਖ ਹੁੰਦਾ। ਔਰਤਾਂ ਜਿਹੜੀਆਂ ਉਹ ਤਾਂ ਨਹੀਂ ਢੱਕ ਸਕਦੀਆਂ ਸੀ, ਸਾਡੀਆਂ ਔਰਤਾਂ ਛਾਤੀਆਂ ਢੱਕ ਨਹੀਂ ਸਕਦੀਆਂ ਸੀ। ਦੱਸੋ ਕਿਸ ਤਰ੍ਹਾਂ ਦੇ ਹਾਲਾਤ ਸੀਗੇ। ਤਾਂ ਉਸ ਦਰਦਨਾਕ ਮੰਜ਼ਰ ਦਾ ਜਿਹੜਾ 5000 ਸਾਲ ਪੀਰੀਅਡ ਸਾਡੇ ਲੋਕਾਂ ਨੇ ਹੰਢਾਇਆ, ਤਾਂ ਸਾਡਾ ਰਹਿਬਰ ਇੱਕੋ ਹੀ ਹੈ। ਮੈਂ ਸਿੱਖ ਧਰਮ ਦਾ ਬਹੁਤ ਸਨਮਾਨ ਕਰਦਾ, ਬਿਲਕੁਲ ਗੁਰਦੁਆਰਾ ਸਾਹਿਬ ਵੀ ਜਾਣਾ, ਪਰ ਮੈਂ ਸਿੱਖ ਧਰਮ ਤੋਂ ਇਲਾਵਾ ਮੈਂ ਸਿਰਫ ਤੇ ਸਿਰਫ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਮੰਨਦਾ। ਮੇਰਾ ਰੱਬ ਉਹ ਹੈ। ਸਾਡੇ ਸਮੁੱਚੇ SC BC OBC ਕਮਿਊਨਿਟੀ ਇਹਨਾਂ ਨੂੰ ਸੋਚਣਾ ਚਾਹੀਦਾ, ਇਹਨਾਂ ਨੂੰ ਇਸ ਗੱਲ ਨੂੰ ਮੰਨਣਾ ਚਾਹੀਦਾ, ਬਾਬਾ ਸਾਹਿਬ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ, ਉਹਦੀ ਸੋਚ ਤੇ ਚੱਲਣਾ ਚਾਹੀਦਾ, ਨਾ ਕਿ ਕਿਸੇ ਹੋਰ ਉਲਝਣਾਂ 'ਚ ਉਲਝ ਕੇ ਐਵੇਂ ਮਤਲਬ ਆਪਦੀ ਜ਼ਿੰਦਗੀ ਬਰਬਾਦ ਕਰੀਏ। ਅਸੀਂ ਆਪਦੇ ਬੱਚਿਆਂ ਨੂੰ ਇਹ ਸੇਧ ਦਈਏ ਕਿ ਬਾਬਾ ਸਾਹਿਬ ਕੋਲੇ 32 ਡਿਗਰੀਆਂ ਸੀ ਉਹਨਾਂ ਟਾਈਮ ਤੇ। ਬਾਬਾ ਸਾਹਿਬ ਕੋਲੇ 32 ਡਿਗਰੀਆਂ, 9 ਭਾਸ਼ਾਵਾਂ ਦਾ ਉਹਨਾਂ ਨੂੰ ਗਿਆਨ ਸੀਗਾ। ਤਾਂ ਜਿਹੜੇ ਪੜ੍ਹਨ ਦੀ ਬਾਬਾ ਸਾਹਿਬ ਨੇ ਵੀ ਬੜਾ ਸੰਘਰਸ਼, ਪੜ੍ਹਾਈ ਲਈ ਬਹੁਤ ਸੰਘਰਸ਼ ਕੀਤਾ ਸਟਾਰਟਿੰਗ ਟਾਈਮ ਤੇ। ਬਾਬਾ ਸਾਹਿਬ ਨੂੰ ਸਕੂਲ 'ਚ ਨਹੀਂ ਪੜ੍ਹਨ ਦਿੱਤਾ ਜਾਂਦਾ ਸੀ, ਸ਼ੂਦਰ ਸੀ, ਕਹਿੰਦੇ ਨੂੰ ਇਹ ਉੱਚੀ ਆਪਣਾ ਨੀਵੀਂ ਜਾਤੀ ਦਾ, ਜਿਹੜੀ ਉੱਚੀ ਜਾਤੀ ਦੇ ਬੱਚੇ ਸੀਗੇ ਉਹ ਬੈਠਦੇ ਨਹੀਂ ਸੀ ਨਾਲ। ਬਾਬਾ ਸਾਹਿਬ ਬਾਹਰ ਕਲਾਸ ਤੋਂ ਬੈਠ ਕੇ ਪੜ੍ਹਦੇ ਰਹੇ ਆ, ਬਾਹਰੋਂ ਸੁਣਦੇ ਰਹੇ ਆ ਜਿਹੜਾ। ਤੇ ਉਦੋਂ ਦੇ ਇੱਕ ਰਾਜਾ ਜੀ ਸੀਗੇ ਸ਼ਾਹੂ ਜੀ, ਉਹਨਾਂ ਨੂੰ ਇੱਕ ਮਤਲਬ ਮੈਂ ਕਹਿਣਾ ਵੀ ਉਹ ਰੱਬ ਇਨਸਾਨ ਸੀ ਜਿਨ੍ਹਾਂ ਨੇ ਬਾਬਾ ਸਾਹਿਬ ਨੂੰ ਸੋਚਿਆ, ਬਾਬਾ ਸਾਹਿਬ ਨੂੰ ਦੇਖਿਆ ਵੀ ਇਸ ਬੱਚੇ 'ਚ ਇੰਨੀ ਪੜ੍ਹਨ ਦੀ ਲਗਨ ਹੈ। ਅੱਜ ਕੱਲ੍ਹ ਤਾਂ ਕਿੰਨੀਆਂ ਸਹੂਲਤਾਂ ਨੇ, ਲਾਈਟਸ ਹੈਗੀਆਂ ਨੇ, ਲਾਈਟ ਚਲੀ ਗਈ ਤਾਂ ਇਨਵਰਟਰ ਹੈ, ਇਨਵਰਟਰ ਨਹੀਂ ਤਾਂ ਜਨਰੇਟਰ ਹੈ, ਕਿੰਨਾ ਕੁਛ ਹੈ। ਤੇ ਉਦੋਂ ਤਾਂ ਲਾਈਟ ਦਾ ਨਾਮ ਹੀ ਨਹੀਂ ਹੁੰਦਾ ਸੀ। ਦੀਵਿਆਂ ਤੇ ਤੇਲ ਪਾ ਕੇ ਜਿਹੜਾ ਬੱਤੀ ਆਪਾਂ ਬਣਾਉਂਦੇ ਆ ਸਰੋਂ ਦੇ ਤੇਲ ਵਾਲੀ ਜਾਂ ਮਿੱਟੀ ਦੇ ਤੇਲ ਵਾਲੀ, ਉਹਨਾਂ ਬੱਤੀਆਂ ਤੇ ਪੜ੍ਹਨਾ, ਸਾਰਾ ਦਿਨ ਉਹਨਾਂ ਬੱਤੀਆਂ ਤੇ ਪੜ੍ਹਨਾ। ਤਾਂ ਇਹ ਉਸ ਬੰਦੇ ਨੇ ਇੰਨਾ ਕੁ ਸੰਘਰਸ਼ ਕੀਤਾ ਸਾਡੇ ਲੋਕਾਂ ਲਈ, ਪੜ੍ਹਾਈ ਕੀਤੀ। ਤੇ ਜਿਹੜੇ ਮਹਾਤਮਾ ਆਪਣੇ ਸੀਗੇ ਸ਼ਾਹੂ ਜੀ ਮਹਾਰਾਜ, ਉਹਨਾਂ ਨੇ ਬਾਬਾ ਸਾਹਿਬ ਦੀ ਇੰਟੈਲੀਜੈਂਸੀ ਨੂੰ ਪੜ੍ਹਿਆ ਤੇ ਉਹਨਾਂ ਨੇ ਬਾਬਾ ਸਾਹਿਬ ਨੂੰ ਪੜ੍ਹਾਈ ਲਈ ਸਹਿਯੋਗ ਦਿੱਤਾ। ਬਾਹਰਲੇ ਮੁਲਕਾਂ 'ਚ ਗਏ, ਬਾਬਾ ਸਾਹਿਬ ਪੜ੍ਹ ਕੇ ਆਏ ਤੇ ਉੱਥੇ ਜਿਹੜਾ ਜਦੋਂ ਪੜ੍ਹ ਕੇ ਵੱਖ-ਵੱਖ ਡਿਗਰੀਆਂ ਕਰਕੇ ਆਏ ਕਿ 4 ਤਾਂ PhD ਕੀਤੀਆਂ ਨੇ ਡਾਕਟਰ ਸਾਹਿਬ ਨੇ, ਬਾਬਾ ਸਾਹਿਬ ਨੇ 4 PhD ਕੀਤੀਆਂ ਹੋਈਆਂ ਨੇ। ਇੱਥੇ ਇੱਕ PhD ਨਹੀਂ ਹੁੰਦੀ ਬੰਦੇ ਤੋਂ, ਉਹਨਾਂ ਨੇ 4 ਕੀਤੀਆਂ, 32 ਡਿਗਰੀਆਂ ਸੀ। ਤਾਂ ਉਹ ਜਦੋਂ ਆਏ, ਸਾਰਾ ਪੜ੍ਹਾਈ ਕਰਕੇ ਸਾਡੇ ਲੋਕਾਂ ਦਾ ਮੰਜ਼ਰ ਦੇਖਿਆ, ਤਾਂ ਉਹਨਾਂ ਨੇ ਆਪਣੇ ਆਪ ਨਾਲ ਇੱਕ ਸੰਕਲਪ ਲਿਆ, ਇੱਕ ਵਾਅਦਾ ਕੀਤਾ ਕਿ ਮੈਂ ਭਾਵੇਂ ਮੇਰਾ ਕੁਛ ਮਰਜ਼ੀ ਹੋ ਜੇ, ਮੈਂ ਇਹਨਾਂ ਲੋਕਾਂ ਦੀ ਜ਼ਿੰਦਗੀ ਸੁਧਾਰਨੀ ਹੈ। ਤਾਂ ਉਹਨਾਂ ਨੇ ਉਹ ਕੀਤਾ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਵੀ ਸਾਡੇ SC BC OBC ਲੋਕਾਂ ਲਈ ਆਪਦੇ ਬੱਚੇ ਤੱਕ ਵਾਰਤੇ, ਆਪਦਾ ਪਰਿਵਾਰ ਵਾਰਤਾ। ਜਿਵੇਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਸਮਾਜ ਲਈ, ਸਾਡੇ ਸਿੱਖ ਕੌਮ ਦੇ ਲਈ ਆਪਦਾ ਪਰਿਵਾਰ ਵਾਰਿਆ, ਉਹਨਾਂ ਦੇ ਬਰਾਬਰ ਦੀ ਕੁਰਬਾਨੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਸੀ। ਲਾਸਟ ਜਦੋਂ ਬੱਚਾ ਬਾਬਾ ਸਾਹਿਬ ਭੀਮ ਰਾਓ ਜੀ ਦਾ ਮਰਿਆ ਨਾ, ਤਾਂ ਉਸ ਸਮੇਂ ਜਿਹੜੀ ਇਹਨਾਂ ਦੀ ਪਤਨੀ ਸੀ, ਬਾਬਾ ਸਾਹਿਬ ਨੇ ਤਾਂ ਜਾਣਾ ਸੀ, ਇੱਕ ਬਹੁਤ ਵੱਡੀ ਉਸ ਦਿਨ ਕਾਨਫਰੰਸ ਹੋਣੀ ਸੀ, ਉੱਥੇ ਉਹ ਸਾਡੇ ਹੱਕ ਦੀ ਗੱਲ ਹੋਣੀ ਸੀ। ਤੇ ਉਹ ਬੱਚੇ ਦੀ ਡੈਥ ਹੋ ਗਈ ਤੇ ਇਹਦੀ ਪਤਨੀ ਨੇ ਕਿਹਾ ਵੀ ਤੁਸੀਂ ਹਜੇ ਡੈਥ ਨਹੀਂ ਸੀ ਹੋਈ, ਕਹਿੰਦੀ ਵੀ ਤੁਸੀਂ ਨਾ ਜਾਓ,
ਤੁਸੀਂ ਨਾ ਜਾਓ, ਇਹਦੀ ਹਾਲਤ ਖਰਾਬ ਆ, ਕਿਉਂਕਿ 3 ਬੱਚੇ ਪਹਿਲਾਂ ਮਰ ਗਏ ਸੀ। ਉਹਨਾਂ ਟਾਈਮਾਂ ਤੇ ਬਿਮਾਰੀਆਂ ਬੜੀਆਂ ਭਿਆਨਕ ਸੀ, ਛੂਤ ਦੀਆਂ, ਹੈਜ਼ਾ, ਚੇਚਕ, ਹੋਰ ਪਤਾ ਨਹੀਂ ਕੀ ਕੁਛ। ਤਾਂ ਉਹ ਪਤਨੀ ਕਹਿੰਦੀ ਵੀ ਤੁਸੀਂ ਨਾ ਜਾਓ, ਪਹਿਲਾਂ ਮਰ ਗਏ ਆ, ਲਾਸਟ ਆ, ਇਹਨੂੰ ਸੰਭਾਲ ਲਓ। ਕਹਿੰਦਾ ਮੇਰੇ ਪਹਿਲਾਂ 3 ਮਰ ਗਏ, ਇਹ ਵੀ ਮਰਦਾ ਮਰ ਜੇ, ਮੈਨੂੰ ਕੋਈ ਪਰਵਾਹ ਨਹੀਂ। ਪਰ ਜੇ ਮੈਂ ਅੱਜ ਉੱਥੇ ਨਾ ਪਹੁੰਚਿਆ ਜਿੱਥੇ ਉਹ ਕਾਨਫਰੰਸ ਆ, ਤਾਂ ਮੇਰੇ ਹਜ਼ਾਰਾਂ ਕਰੋੜਾਂ ਮਰ ਜਾਣਗੇ। ਤਾਂ ਬਾਬਾ ਸਾਹਿਬ ਨੇ ਉਸ ਬੱਚੇ ਦੀ ਪਰਵਾਹ ਵੀ ਨਹੀਂ ਕੀਤੀ। ਔਰ ਜਦੋਂ ਬੱਚੇ ਦੀ ਡੈਥ ਹੋ ਗਈ ਤਾਂ ਬਾਬਾ ਸਾਹਿਬ ਦੀ ਪਤਨੀ ਕੋਲੇ ਤਨ ਢੱਕਣ ਨੂੰ ਕੱਪੜਾ ਤੱਕ ਨਹੀਂ ਸੀਗਾ। ਉਹਨਾਂ ਨੇ ਆਪਦੀ ਸਾੜੀ ਦਾ ਪੱਲੂ ਪਾੜ ਕੇ ਉਸ ਬੱਚੇ ਦੀ ਜਿਹੜੀ ਮਿੱਟੀ ਨੂੰ ਜਿਹੜਾ ਦਫਨਾਇਆ ਸੀ। ਐਦਾਂ ਦੇ ਹਾਲਾਤ, ਐਡਾ ਵੱਡਾ ਜਿਗਰਾ, ਐਨਾ ਵੱਡਾ ਸੰਘਰਸ਼ ਬਾਬਾ ਸਾਹਿਬ ਨੇ ਕੀਤਾ, ਤੇ ਅਸੀਂ ਉਹਨੂੰ ਕਿਉਂ ਨਾ ਰੱਬ ਮੰਨੀਏ। ਅੱਛਾ, ਇੱਕ ਗੱਲ ਹੋਰ ਹੈ, ਮਤਲਬ ਕੋਟਾ ਮਿਲ ਗਿਆ, ਚੱਲ ਰਿਹਾ, ਹੁਣ ਵੀ ਲੋਕਾਂ ਨੂੰ ਅੱਜ ਵੀ ਰਹਿੰਦਾ ਹੈ। ਮਤਲਬ ਲੋਕਾਂ ਦੇ ਵਿੱਚ ਇੱਕ ਪੱਕੀ ਧਾਰਨਾ ਬਣੀ ਹੋਈ ਹੈ ਕਿ ਵੱਡੇ ਪੱਧਰ ਦੇ ਉੱਤੇ ਕਿ ਸਾਡੀਆਂ ਨੌਕਰੀਆਂ ਜਿਹੜੀਆਂ ਉਹ ਕੋਟਾ ਖਾਈ ਜਾਂਦਾ, ਸਾਰਾ ਕੁਝ ਕੋਟਾ ਖਾਈ ਜਾਂਦਾ, ਦੇਸ਼ ਨੂੰ ਪਿੱਛੇ ਆ ਜਿਹੜਾ ਉਹ ਕੋਟਾ ਲੈ ਕੇ ਜਾ ਰਿਹਾ। ਕੀ ਇਹਨੂੰ ਕਾਰਨ ਮੰਨਦੇ ਹੋ ਤੁਸੀਂ ਚੀਜ਼? ਨਹੀਂ ਜੀ, ਇਹ ਬਿਲਕੁਲ ਗਲਤ ਗੱਲ ਹੈ। ਇਹ ਬਿਲਕੁਲ ਤੱਥਹੀਨ ਗੱਲ ਹੈ। ਇਹ ਗੱਲ ਪਹਿਲਾਂ ਵੀ ਇੱਕ ਦੋ ਵਾਰੀ ਆਪਣੀ ਹੋਈ ਹੈ ਮੇਰੇ ਖਿਆਲ ਦੇ ਵਿੱਚ, ਸ਼ਾਇਦ ਤੁਹਾਡੇ ਚੈਨਲ ਤੋਂ ਕਿ ਕਿਸੇ ਹੋਰ ਪੱਤਰਕਾਰ ਰਾਹੀਂ। ਇਹ ਬਿਲਕੁਲ ਗਲਤ ਗੱਲ ਹੈ। ਸਾਡੀ ਜਿਹੜੀ ਰਿਜ਼ਰਵੇਸ਼ਨ ਹੈ ਉਹ ਕਿੰਨੇ % ਹੈ? ਇਹ ਜਿਹੜੇ ਸਵਾਲ ਕਰਦੇ ਨੇ ਨਾ, ਉਹਨਾਂ ਨੂੰ ਪੁੱਛੋ ਵੀ ਸਾਡੀ ਕਿੰਨੇ % ਰਿਜ਼ਰਵੇਸ਼ਨ ਹੈ ਤੇ ਸਾਡੀ ਪਾਪੂਲੇਸ਼ਨ ਕਿੰਨੀ ਹੈ। ਠੀਕ ਹੈ ਨਾ? ਤਾਂ ਇੱਥੇ ਇਹ ਬਿਲਕੁਲ ਤੱਥਹੀਨ ਗੱਲ ਆ। ਸਾਨੂੰ ਤਾਂ ਹਜੇ ਕੋਟਾ ਹੋਰ ਚਾਹੀਦਾ, ਮੈਂ ਤਾਂ ਇਹ ਕਹੂੰਗਾ ਸਾਨੂੰ। ਅੱਛਾ, ਕਿੱਡੇ ਕੁ ਵੱਡੇ ਅਫਸਰ ਲੱਗੇ ਜੀ ਸਾਡੇ ਲੋਕ? 4 ਕਲਾਸ ਜਾਂ 3rd ਕਲਾਸ ਨੌਕਰੀਆਂ ਸਾਡੇ ਲੋਕਾਂ ਕੋਲੇ ਆ। ਵੱਡੀਆਂ ਡਿਗਰੀਆਂ ਤੇ ਵੱਡੀਆਂ ਨੌਕਰੀਆਂ ਤੇ ਵੱਡੀਆਂ ਕੁਰਸੀਆਂ ਤੇ ਇਹ ਬੈਠੇ ਆ। ਦੱਸੋ, ਤੇ ਜੇ ਕੋਈ ਸਾਡਾ ਇੱਕ ਅੱਧਾ ਬੰਦਾ ਲੱਗ ਵੀ ਜਾਂਦਾ ਤਾਂ ਉਹਦੇ ਨਾਲ ਵੀ ਪਤਾ ਨਹੀਂ ਕੀ ਕੁਛ ਕਰਦੇ ਆ, ਪਿੱਠ ਪਿੱਛੇ ਵੀ ਕਰਦੇ ਆ, ਮੂੰਹ ਤੇ ਵੀ ਕਰਦੇ ਆ। ਤਾਂ ਇਹ ਬਿਲਕੁਲ ਤੱਥਹੀਨ ਗੱਲ ਹੈ, ਇਹਦੇ 'ਚ ਕੋਈ ਸੱਚਾਈ ਨਹੀਂ ਹੈ। ਹਾਂਜੀ। ਅੱਛਾ, ਆਖਰ ਦੇ ਵਿੱਚ ਕੋਈ ਇੱਕ ਭਾਵੇਂ ਇੱਕ ਪੈਰਾ ਹੀ ਸੁਣਾ ਦਿਓ ਸਾਨੂੰ, ਆਪਣੇ ਗੀਤ ਦਾ ਜਿਹੜਾ ਹੋਰ ਹੈ ਉਹ ਵੀ ਸੁਣਾਓ। ਬਾਬਾ ਸਾਹਿਬ ਵਾਲੇ ਗੀਤ ਦਾ ਹੀ ਕਿ ਓਕੇ। ਇਹ ਫਿਰ ਮੈਨੂੰ ਇੱਥੋਂ ਸ਼ੁਰੂ ਕਰਨਾ ਪੈਣਾ, ਸਟਾਰਟ ਤੋਂ, ਕਿ ਪੈਰਾ ਸੁਣਾਵਾਂ ਜੀ? ਪੈਰਾ ਸੁਣਾ ਦਿੰਦੇ ਆ ਜੀ, ਕੋਈ ਗੱਲ ਨਹੀਂ। ਤੀਜਾ ਪੈਰਾ ਸੁਣਾ ਦਿੰਦੇ ਜੀ। ਹੋ ਪੜੋ ਜੁੜੋ ਸਾਥੀਓ, ਸੰਘਰਸ਼ ਕਰੋ ਰਲ ਕੇ, ਉਹ ਸੰਸਦ 'ਚ ਕੁਰਸੀਆਂ ਤੇ ਬੈਠ ਜਾਓ ਚੜ ਕੇ। ਉਹ ਪੜੋ ਜੁੜੋ ਸਾਥੀਓ, ਸੰਘਰਸ਼ ਕਰੋ ਰਲ ਕੇ, ਉਹ ਸੰਸਦ 'ਚ ਕੁਰਸੀਆਂ ਤੇ ਬੈਠ ਜਾਓ ਚੜ ਕੇ। ਦੇਵੋ ਏਕੇ ਦਾ ਸਬੂਤ, ਕਸ ਦੇਵੋ ਕਲਬੂਤ, ਦੇਵੋ ਏਕੇ ਦਾ ਸਬੂਤ, ਕਸ ਦੇਵੋ ਕਲਬੂਤ। ਬਾਬਾ ਸਾਹਿਬ ਨੂੰ ਸਲਾਮ ਇਹੋ ਹੋਊ, ਜੇ ਪੂਰਾ ਉਹਦਾ ਖਾਬ ਕਰਤਾ। ਸਾਡੀ ਕੌਮ ਦਾ ਮਸੀਹਾ ਸੱਚਾ ਤੂੰ ਹੀ, ਉਹ ਸਾਨੂੰ ਤੂੰ ਆਜ਼ਾਦ ਕਰਤਾ, ਉਹ ਸਾਨੂੰ ਤੂੰ ਆਜ਼ਾਦ ਕਰਤਾ। ਇੱਕ ਗੱਲ ਉਹਨਾਂ ਨੇ ਤਾਂ ਮਤਲਬ ਕੋਟਾ ਦਵਾਇਆ, ਸਭ ਕੁਝ ਕੀਤਾ। ਹੁਣ ਜਿਹੜੇ ਲੋਕ ਜਿੱਤ ਜਾਂਦੇ ਆ, ਮਤਲਬ ਜੇ ਕਹਿ ਦਈਏ ਕਿ ਐਸਸੀ ਕਮਿਊਨਿਟੀ ਦੇ ਲੋਕ ਜਿੱਤ ਕੇ ਜਾਂਦੇ ਆ, ਉਹ ਵਿਧਾਨ ਸਭਾ 'ਚ ਪਹੁੰਚ ਜਾਂਦੇ। ਹੁਣ ਵਿਧਾਨ ਸਭਾ ਦੀ ਤਾਜ਼ਾ ਗੱਲ ਹੋਈ ਹੈ ਕਿ ਉੱਥੇ ਜਿਹੜਾ ਐਸਸੀ ਕਮਿਸ਼ਨ ਹੁੰਦਾ ਉਹਦੇ ਮੈਂਬਰ ਘਟਾਏ ਗਏ, ਉਹਦੇ ਵਾਈਸ ਚੇਅਰਮੈਨ ਦੀ ਪੋਸਟ ਚੱਕੀ ਗਈ, ਉਹਦਾ ਕਾਰਜਕਾਲ ਘਟਾਇਆ ਗਿਆ। ਕਿਵੇਂ ਦੇਖਦੇ ਹੋ ਤੁਸੀਂ ਵੀ ਮਤਲਬ ਉੱਥੇ ਜਿਹੜੇ ਉਹ ਲੋਕ ਬੈਠੇ ਆ ਜਿਹੜੇ 32-33 ਉਹਨਾਂ ਦੀ ਬਦੌਲਤ ਜਿੱਤ ਕੇ ਪਹੁੰਚੇ ਆ, ਉਹ ਚੁੱਪ ਹੈ? ਦੇਖੋ ਜੀ, ਇਹ ਬਹੁਤ ਹੀ ਮਤਲਬ ਮੰਦਭਾਗੀ ਔਰ ਦੁੱਖਦਾਈ ਗੱਲ ਹੈ। 23 ਮਾਰਚ ਦਾ ਦਿਨ ਸੀ, ਵਿਧਾਨ ਸਭਾ ਦੇ ਵਿੱਚ ਇਹ ਚੀਜ਼ ਪਾਸ ਕੀਤੀ ਗਈ ਕਿ ਜਿਹੜਾ ਐਸਸੀ ਕਮਿਸ਼ਨ ਹੈ ਉਹਦਾ ਟਾਈਮ ਆਫ ਪੀਰੀਅਡ ਕਾਰਜਕਾਲ ਦਾ ਉਹ ਘਟਾਇਆ ਗਿਆ, ਔਰ ਉਹਦੀ ਮੈਂਬਰਾਂ ਦੀ ਜਿਹੜੀ ਗਿਣਤੀ ਸੀ ਉਹ ਘਟਾਈ ਗਈ। ਔਰ ਉੱਥੇ ਮਾਨਯੋਗ 92 MLA ਸਾਹਿਬਾਨ, ਰੂਲਿੰਗ ਪਾਰਟੀ ਦੇ, ਆਮ ਆਦਮੀ ਪਾਰਟੀ ਦੇ 92 MLA ਦੇ ਵਿੱਚੋਂ ਅਕੋਰਡਿੰਗ ਟੂ ਕੋਟਾ, ਜਿੰਨੇ ਮੇਰੇ ਖਿਆਲ ਦੇ ਵਿੱਚ 30-32 MLA ਹੋਣੇ ਚਾਹੀਦੇ ਆ, 30 ਹੋਣਗੇ, ਮੇਰੇ ਐਗਜ਼ੈਕਟਲੀ ਨਹੀਂ ਪਤਾ ਮੈਨੂੰ, ਵੀ 30 SC MLA ਉੱਥੇ ਬੈਠੇ ਸੀ ਐਸਸੀ ਕਮਿਊਨਿਟੀ ਤੋਂ। ਉਹਨਾਂ ਨੇ ਉੱਥੇ ਇਸ ਗੱਲ ਦਾ ਵਿਰੋਧ ਕਿਉਂ ਨਹੀਂ ਕੀਤਾ? ਮੈਂ ਘੱਟੋ ਘੱਟ ਆਪਦੇ ਜਿਹੜੇ ਸਾਡੀ ਕਮਿਊਨਿਟੀ ਦੇ MLAs ਨੇ ਉਹਨਾਂ ਨੂੰ ਤੇ ਸਵਾਲ ਕਰ ਸਕਦਾ। ਠੀਕ ਹੈ ਜੀ? ਤਾਂ ਇੱਥੇ ਉਹ ਇਸ ਗੱਲ ਦੇ ਜਵਾਬ ਦੇ ਹੋਣੇ ਚਾਹੀਦੇ ਹੈ ਕਿ ਸਾਡੀ ਰੱਖਿਆ ਕਰਨ ਵਾਲੀ, ਜਿੱਥੇ ਸਾਡੇ ਨਾਲ ਬਹੁਤ ਵੱਡੇ ਲੈਵਲ 'ਤੇ ਕੋਈ ਮੰਨ ਲਓ ਟ੍ਰੈਜਡੀ ਹੁੰਦੀ ਹੈ, ਜਿੱਥੇ ਸਾਡੀ ਭਾਈਚਾਰੇ ਦੀ ਗੱਲ ਨਹੀਂ ਸੁਣੀ ਜਾਂਦੀ, ਉੱਥੇ ਇੱਕੋ ਹੀ ਚੀਜ਼ ਹੈ ਜਿਹੜੀ ਆ ਕੇ ਖੜ੍ਹਦੀ ਹੈ, ਉਹ ਹੈਗੀ ਐਸਸੀ ਕਮਿਸ਼ਨ। ਅਤੇ ਐਸਸੀ ਕਮਿਸ਼ਨ ਦੀ ਪਰ ਕੁਤਰੇ ਜਾ ਰਹੇ ਆ, ਉਹਦੀ ਪਾਵਰ ਘਟਾਈ ਜਾ ਰਹੀ ਹੈ।
ਤੇ ਉੱਥੇ ਸਾਡੇ ਜਿਹੜੇ 92 ਐਮਐਲਏ ਦੇ ਵਿੱਚੋਂ ਜਿੰਨੇ ਵੀ ਐਸਸੀ ਐਮਐਲਏ ਸੀਗੇ ਤਾਂ ਉਹਨਾਂ ਨੇ ਇਸ ਗੱਲ ਦਾ ਸਾਥ ਦਿੱਤਾ। ਤਾਂ ਇਹ ਬਹੁਤ ਮਾੜੀ ਗੱਲ ਹੈ। ਮੈਂ ਇਹ ਕਹਿਣਾ ਵੀ ਇਹ ਉਹੀ ਗੱਲ ਆ ਗਈ ਨਾ ਜਿਹੜਾ ਤੁਸੀਂ ਸਵਾਲ ਕਰਿਆ ਵੀ ਜਦੋਂ ਬਣ ਜਾਂਦੇ ਆ ਉਦੋਂ ਫਿਰ ਇਹ ਬਿਲਕੁਲ ਇਹ 'ਚ ਕੋਈ ਦੋ ਰਾਏ ਨਹੀਂ, ਉਦੋਂ ਫਿਰ ਉਹ ਆਪਣੇ ਆਪ ਨੂੰ ਸ਼ਾਇਦ ਉਹਦਾ ਸਰਨੇਮ ਵੀ ਚੇਂਜ ਕਰ ਲੈਂਦੇ ਆ। ਬਥੇਰੇ ਮਾਂਡੀਆਂ ਤੋਂ ਮਾਨ ਬਣ ਜਾਂਦੇ ਆ, ਠੀਕ ਹੈ ਜੀ। ਬਥੇਰੇ ਮੈਂ ਕਿਸੇ ਇੱਕ ਕਮਿਊਨਿਟੀ ਨਹੀਂ, ਇੱਕ ਗੋਤ ਨੂੰ ਵੀ ਨਹੀਂ ਕਹਿ ਰਿਹਾ ਇਹ, ਮੈਂ ਜੇ ਬਥੇਰੇ ਆਪਦੇ ਗੋਤ ਦਾ ਚੇਂਜ ਹੀ ਕਰ ਲੈਂਦੇ ਆ ਕੁਛ। ਬਥੇਰੇ ਚਾਵਰੀਏ ਤੋਂ ਚਾਵਲੇ ਬਣ ਜਾਂਦੇ ਆ ਜੀ। ਬਥੇਰੇ ਮੈਂ ਹੁਣ ਗੋਤ ਕੀ ਕਵਾਂ, ਇਹ ਕਹਿਣਗੇ ਵੀ ਸਾਡੇ ਗੋਤਾਂ ਤੇ ਟਾਰਗੇਟ ਕਰ ਰਹੇ ਆ। ਮੈਂ ਇਹ ਨਹੀਂ ਕਹਿੰਦਾ ਵੀ ਗੋਤਾਂ ਤੇ ਟਾਰਗੇਟ ਨਹੀਂ ਮੈਂ ਕਰ ਰਿਹਾ। ਮੈਂ ਕਹਿਣਾ ਯਾਰ ਵੀ ਤੁਸੀਂ ਜੋ ਹੈਗੇ ਹੋ, ਮੈਂ ਛਾਤੀ ਠੋਕ ਕੇ ਕਹਿਣਾ ਵੀ ਮੈਂ ਚਮਾਰ ਹਾਂ, ਮੈਂ ਰਵਿਦਾਸੀਆ ਸਿੱਖ ਹਾਂ, ਠੀਕ ਹੈ ਜੀ। ਮੈਂ ਭਾਵੇਂ ਜੋ ਮਰਜ਼ੀ ਬਣ ਜਾ, ਮੈਂ ਬਾਬਾ ਸਾਹਿਬ ਔਰ ਆਪਦੀ ਜਿਹੜੀ ਸਹੀ ਪਹਿਚਾਣ ਆ SC ਮੈਂ, ਤਾਂ ਮੈਂ ਉਹ ਛਾਤੀ ਠੋਕ ਕੇ ਉਹੀ ਰੱਖੂੰਗਾ। ਪਰ ਇਹਨਾਂ ਵਾਸਤੇ ਬਿਲਕੁਲ ਮਾੜੀ ਗੱਲ ਆ। ਇਹੀ ਤਾਂ ਸਾਡੇ ਸਮਾਜ ਦਾ ਬਹੁਤ ਵੱਡਾ ਦੁਖਾਂਤ ਹੈ। ਇਹੀ ਇੱਕ ਬਹੁਤ ਵੱਡੀ ਪੀੜ ਹੈ ਵੀ ਜਿਨ੍ਹਾਂ ਨੂੰ ਅਸੀਂ ਵਧਾਉਣੇ ਅੱਗੇ, ਜਿਨ੍ਹਾਂ ਨੂੰ ਅਸੀਂ ਆਪਦੀਆਂ ਅਹੁਦਾ ਦੇ ਦਿੰਦੇ ਹਾਂ, ਕੋਈ ਉਹਨੂੰ MLA ਬਣਾਤਾ, MP ਬਣਾਤਾ, ਠੀਕ ਹੈ, ਤੇ ਉਹ ਸਾਡੀਆਂ ਸਮੱਸਿਆਵਾਂ ਨੂੰ ਰਿਪਰੈਜ਼ੈਂਟ ਕਰਨਗੇ, ਉੱਥੇ ਸਾਡੀਆਂ ਸਮੱਸਿਆਵਾਂ ਦਾ ਕੋਈ ਹੱਲ ਕਰਨਗੇ। ਉਹ ਹੱਲ ਨਾ ਕਰਨ ਦੀ ਬਜਾਏ ਉਹਨਾਂ ਦੇ ਹੋ ਕੇ ਬਹਿ ਜਾਂਦੇ ਆ ਤੇ ਸਾਡਾ ਸਮਾਜ, ਸਾਡੇ ਲੋਕ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਆ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਥੈਂਕ ਯੂ ਸਰ ਜੀ। ਤਾਂ ਗੱਲਬਾਤ ਕੀਤੀ ਡਾਕਟਰ ਸਾਹਿਬ ਦੇ ਨਾਲ। ਨਵਾਂ ਗਾਣਾ ਆ ਰਿਹਾ, ਉਹਦਾ ਲਿੰਕ ਵੀ ਜਿਹੜਾ ਉੱਪਰ ਪਾਵਾਂਗੇ। ਨਾਲ ਹੀ ਜਿਹੜੀ ਗੱਲਬਾਤ ਮੇਨ ਸੀ ਕਿ ਅੱਜ ਉਹਨਾਂ ਦੀ ਜਯੰਤੀ ਹੈ, ਉਹਨਾਂ ਦਾ ਜਨਮ ਦਿਹਾੜਾ ਹੈ, ਤਾਂ ਉਹਦੇ 'ਤੇ ਇਹ ਗੱਲਬਾਤ ਕਰਨੀ ਜ਼ਰੂਰੀ ਸੀ ਕਿ ਕਿਵੇਂ ਦਾ ਸਿਸਟਮ ਸੀ, ਕਿਵੇਂ ਉਹ ਲੈ ਕੇ ਆਏ, ਕਿਸ ਤਰੀਕੇ ਦਾ ਬਦਲਾਅ ਉਹਨਾਂ ਨੇ, ਜਿਹੜਾ ਇੱਕ ਭਾਈਚਾਰਾ, ਜਿਹੜੀ ਇਹ ਕਮਿਊਨਿਟੀ ਲੰਮੇ ਸਮਿਆਂ ਤੋਂ ਦਬੀ ਆ ਰਹੀ ਸੀ, ਜਿਹਨੂੰ ਭਿੱਟਿਆ ਹੋਇਆ ਸਮਝਿਆ ਜਾਂਦਾ ਸੀ ਤੇ ਕੰਨਾਂ 'ਚ ਜਿਹੜਾ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ, ਜਿਨ੍ਹਾਂ ਨੂੰ ਮਤਲਬ ਬੰਦਾ ਹੀ ਨਹੀਂ ਸਮਝਿਆ ਜਾਂਦਾ ਸੀ, ਪਸ਼ੂਆਂ ਤੋਂ ਵੀ ਥੱਲੇ ਸਮਝਿਆ ਜਾਂਦਾ ਸੀ, ਉਹਨਾਂ ਨੂੰ ਉੱਚਾ ਜਿਹੜਾ ਉੱਪਰ ਚੁੱਕਣ ਵਾਲੇ ਉਹ ਸ਼ਖਸ ਡਾਕਟਰ ਭੀਮ ਰਾਓ ਅੰਬੇਦਕਰ, ਉਹਨਾਂ ਦੇ ਵਿਸ਼ੇ 'ਤੇ ਅੱਜ ਗੱਲਬਾਤ ਕਰਨੀ। ਨਾਲ ਹੀ ਅਸੀਂ ਉਹਨਾਂ ਦੀ ਅੱਜ ਜਯੰਤੀ ਦੇ ਉੱਤੇ ਸਮੁੱਚੇ ਜਿਹੜੇ ਲੋਕਾਈ ਨੂੰ ਜਿਹੜਾ ਉਹ ਵਧਾਈ ਦਿੰਦੇ ਹਾਂ, ਕਿਉਂਕਿ ਉਹ ਇਹ ਵੀ ਨਹੀਂ ਅਸੀਂ ਕਹਿ ਸਕਦੇ ਕਿ ਇਕੱਲੇ ਉਹ SCਆਂ ਦੇ ਸੀ। ਇਹ ਨਹੀਂ ਗੱਲ, ਇਹ ਬਿਲਕੁਲ ਗਲਤ ਹੈ। ਉਹ ਸਾਰਿਆਂ ਦੀ ਸੀ। ਔਰਤ ਜਾਤ ਦੇ ਜਿਹੜੇ ਹਰ ਇੱਕ ਤਰੀਕੇ ਦੇ ਨਾਲ ਸੰਵਿਧਾਨ ਲਿਖਣ ਵਾਲੇ, ਬਹੁਤ ਵੱਡੀ ਚੀਜ਼ ਸੀ ਉਹ। ਉਹਨਾਂ ਦੇ ਅਸੀਂ ਸਾਰੇ ਜਿਹੜੇ ਆ ਉਹਨਾਂ ਦੀ ਇਸ ਜਯੰਤੀ ਦੇ ਉੱਤੇ ਉਹਨਾਂ ਨੂੰ ਨਮਨ ਕਰਦੇ ਹਾਂ ਤੇ ਸਾਰੇ ਲੋਕਾਂ ਨੂੰ ਉਹਦੀ ਵਧਾਈ ਦਿੰਦੇ ਹਾਂ।